हेलो एवरीवन। उम्मीद है कि तुसी सब ठीक हो। तो असी लास्ट क्लास ਦੇ ਵਿੱਚ ਗੱਲ ਕੀਤੀ ਸੀ ਪੰਜਾਬ ਅੰਡਰ ਮੌਰੀਅਨਸ ਕਿ ਮੌਰੀਅਨ ਐਮਪਾਇਰ ਦੇ ਅੰਦਰ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਬਦਲਾਅ ਆਏ ਜਾਂ ਮੇਨ ਇੰਪੋਰਟੈਂਟ ਪ੍ਰੋਮੀਨੈਂਟ ਪਰਸਨੈਲਿਟੀਜ਼ ਕਿਹੜੀਆਂ ਰਹੀਆਂ ਜਿਨ੍ਹਾਂ ਦਾ ਨਾਮ ਪੰਜਾਬ ਦੇ ਨਾਲ ਜੁੜਿਆ ਹੋਵੇ। ਲਾਸਟ ਦੇ ਵਿੱਚ ਅਸੀਂ ਗੱਲ ਕੀਤੀ ਕਿ ਕਿਸ ਤਰੀਕੇ ਨਾਲ ਪੁਸ਼ਯਮਿਤਰਾ ਸ਼ੁੰਗਾ ਨੇ ਲਾਸਟ ਜੋ ਇੱਕ ਮੌਰੀਅਨ ਐਮਪਰਰ ਸੀ ਰੂਲਰ ਸੀ ਬ੍ਰਿਹਦਰਥ उन्होंने मार के अपना एक शुंगा डायनेस्टी जो है उत्थे स्टार्ट की। तो शुंगा डायनेस्टी जिवें शुरू होंदी है उस तो बाद सक्सैशन बहुत सारी डायनेस्टीज़ जो है हौली हौली आके ग्रैजुअली नॉर्थ वेस्टर्न इंडिया वाल आके सैटल होनियां शुरू हो गई। तो उन्होंने विचों जो इंपॉर्टेंट सी इंडो ग्रीक असी लास्ट टाइम वो बारे थोड़ा जा जानना पाया कि किस तरीके नाल इंडो ग्रीक्स जो ने इंडो ग्रीक्स ਇਹਨਾਂ ਦੇ ਵਿੱਚ ਪ੍ਰੋਮੀਨੈਂਟ ਪਰਸਨੈਲਿਟੀ ਕਿਹੜੀ ਸੀ ਜਿਨ੍ਹਾਂ ਦਾ ਨਾਮ ਪੰਜਾਬ ਦੇ ਨਾਲ ਜੁੜਿਆ ਹੋਇਆ ਹੈ। ਪੰਜਾਬ ਜਦੋਂ ਅਸੀਂ ਇਸ ਟਾਈਮ ਪੀਰੀਅਡ ਦੇ ਵਿੱਚ ਗੱਲ ਕਰ ਰਹੇ ਹਾਂ, ਮੈਂ ਗੱਲ ਪਹਿਲਾਂ ਵਾਲੀ ਕਲਾਸ ਲਾਸਟ ਕਲਾਸ ਵੀ ਕੀਤੀ ਸੀ ਕਿ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਜੋ ਐਟ ਪ੍ਰੈਜ਼ੈਂਟ ਪੰਜਾਬ ਹੈ ਅਸੀਂ ਉਸ ਦੀ ਗੱਲ ਨਹੀਂ ਕਰ ਰਹੇ ਹੁੰਦੇ। ਪੰਜਾਬ ਜੋ ਇੱਕ ਬਹੁਤ ਬੜੀ ਟੈਰੀਟਰੀ ਜਿਹਨੂੰ ਕਿ ਹਲੇ ਨਾਮ ਪੰਜਾਬ ਦਿੱਤਾ ਵੀ ਨਹੀਂ ਸੀ ਗਿਆ, ਅਸੀਂ ਉਸ ਟੈਰੀਟਰੀ ਬਾਰੇ ਗੱਲ ਕਰ ਰਹੇ ਹਾਂ, ਉਸ ਪੀਸ ਆਫ ਲੈਂਡ ਬਾਰੇ ਗੱਲ ਕਰਦੇ ਹਾਂ। ਤਾਂ ਜਦੋਂ ਨੇ ਅਸੀਂ ਇੱਥੇ ਗੱਲ ਕਰਦੇ ਕਿ ਪੰਜਾਬ ਦੇ ਨਾਲ ਕੌਣ ਰਿਲੇਟਡ ਹੈ ਤਾਂ ਕੁਝ ਸਾਈਡ ਸਾਨੂੰ ਪੰਜਾਬ ਪਾਕਿਸਤਾਨ 'ਚ ਵੀ ਮਿਲਦੀਆਂ ਨੇ ਕਿਉਂਕਿ ਦੈਟ ਟਾਈਮ ਸਾਰਾ ਇੱਕ ਕੰਸੋਲੀਡੇਟਿਡ ਫਾਰਮ 'ਚ ਪਿਆ, ਕੁਝ ਵੀ ਉੱਥੇ ਡਿਵੀਜ਼ਨ ਨਹੀਂ ਹੈ। ਤਾਂ ਉਸ ਤੋਂ ਬਾਅਦ ਜਿਵੇਂ ਹੀ ਇੰਡੋ ਗ੍ਰੀਕਸ ਦੇ ਵਿੱਚ ਜੋ ਅਸੀਂ ਮੇਨ ਨਾਮ ਲਿੱਤਾ ਸੀ ਮਿਲਿੰਦਾ ਦਾ, ਮਿਲਿੰਦਾ ਅਗੇਨ ਅਸੀਂ ਕਿਹਾ ਕਿ ਪਾਲੀ ਸੋਰਸਿਸ ਨੇ, ਪਾਲੀ ਸੋਰਸਿਸ ਫॉर ਮਿਲਿੰਦਾ। ਨਾਮ ਵੈਸੇ ਉਹਨਾਂ ਦਾ ਆਪਣਾ ਓਰੀਜਨਲ ਨਾਮ ਜੋ ਗ੍ਰੀਕ ਨੇਮ ਹੈ ਦੈਟ ਇਜ਼ ਮਿਲਿੰਦਰ वन। मिलिंदर वन नूं पाली सोर्सिस दे विच मिलिंदा नाम जो है वो कंसिडर किया जाता है। तो कहा जाता है कि इन्होंने अपनी कैपिटल बनाई किस जगह पे, सकाला। सकाला नाम मिलेगा तुहानूं या सगाला। ये दो पर्टिकुलर नाम, दो नाम नहीं है वैसे एक ही नाम है, किते कई जगह ते तुहानूं सकाला पढ़न दे लई मिलदा है, कई जगह तुहानूं सगाला पढ़न दे लई मिलदा है। बट जे असीं एट प्रेजेंट गल करिए ਤਾਂ ਇਹ ਰੀਜਨ ਪੰਜਾਬ ਪਾਕਿਸਤਾਨ 'ਚ ਫਾਲ ਕਰਦਾ ਹੈ। ਪੰਜਾਬ ਪਾਕਿਸਤਾਨ ਜਿਹਨੂੰ ਕਿਹਾ ਜਾਂਦਾ ਹੈ ਸਿਆਲਕੋਟ। ਸਿਆਲਕੋਟ ਰੀਜਨ ਪੰਜਾਬ ਪਾਕਿਸਤਾਨ। ਮਿਨਿੰਦਰ ਨੇ ਮਿਨਿੰਦਰ 1 ਜੋ ਕਿ ਇੰਡੋ ਗ੍ਰੀਕ ਮੇਨ ਰੂਲਰ ਉਹ ਕਿੱਥੇ ਦੇ ਸੀ, ਬੈਕਟਰੀਆ। ਬੈਕਟਰੀਆ ਬਾਰੇ ਅਸੀਂ ਗੱਲ ਕੀਤੀ ਲਾਸਟ ਟਾਈਮ ਕਿ ਰੀਜਨ ਕਿਹੜਾ ਹੈ ਜੋ ਐਟ ਪ੍ਰੈਜ਼ੈਂਟ ਅਫਗਾਨਿਸਤਾਨ, ਤਜਾਕਿਸਤਾਨ ਤੇ ਉਜ਼ਬੇਕਿਸਤਾਨ ਦੇ ਰੀਜਨ ਨੂੰ ਕੰਬਾਈਨ ਕਰਕੇ ਜੋ ਹੈ ਬੈਕਟਰੀਆ ਐਮਪਾਇਰ ਦੈਟ ਟਾਈਮ ਸੀਗਾ। ਤਾਂ ਇਹਨਾਂ ਨੇ ਆਪਣੀ ਕੈਪੀਟਲ ਬਣਾਈ ਸਿਆਲਕੋਟ, ਪਰ ਉਸ ਟਾਈਮ ਨਾਮ ਸੀ ਸਕਾਲਾ ਜਾਂ ਸਗਾਲਾ। ਦੈਨ ਇਹਨਾਂ ਤੋਂ ਬਾਅਦ ਗ੍ਰੀਕਸ ਤੋਂ ਬਾਅਦ ਸ਼ਾਕਾਸ ਦੀ ਜੋ ਹੈ ਉਹ ਐਂਟਰੀ ਹੁੰਦੀ ਹੈ। ਤੇ ਗ੍ਰੀਕਸ ਦੀ ਜੇ ਅਸੀਂ ਇੱਕ ਹੋਰ ਇੰਪੋਰਟੈਂਟ ਫੈਕਟ ਦੀ ਗੱਲ ਕਰੀਏ ਜੋ ਇਹਦੇ ਨਾਲ ਰਿਲੇਟਡ ਹੈ, ਇੰਡੋ ਗ੍ਰੀਕਸ ਦੇ ਨਾਲ ਰਿਲੇਟਡ ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਗ੍ਰੀਕ ਸੀ ਜਿਨ੍ਹਾਂ ਨੇ ਕਿ ਕੋਇਨਸ ਇਸ਼ੂ ਕੀਤੇ ਸੀ। ਠੀਕ ਹੈ, ਫਰਸਟ ਟਾਈਮ ਜੋ ਕੋਇਨਸ ਇਸ਼ੂ ਕੀਤੇ ਗਏ ਉਹ ਕਿਹਨਾਂ ਨੇ ਕੀਤੇ ਨੇ, ਗ੍ਰੀਕਸ ਨੇ। ਤੇ ਜੋ ਹੈਲੇਨਿਸਟਿਕ ਆਰਟ ਸੀ ਗ੍ਰੀਕ ਕਲਚਰ ਦੇ ਵਿੱਚ, ਪਰਸ਼ੀਅਨ ਕਲਚਰ ਦੇ ਵਿੱਚ ਫਲਰਿਸ਼ ਹੋ ਰਹੀ ਸੀ ਉਸ ਸਾਈਡ ਦੇ ਵਿੱਚ, ਤਾਂ ਉਹਨਾਂ ਨੂੰ ਵੀ ਇਹਨਾਂ ਨੇ ਹੌਲੀ ਹੌਲੀ ਉਹਦੇ ਫੀਚਰਸ ਜੋ ਹੈ ਉਹ ਨਾਰਥ ਵੈਸਟਰਨ ਇੰਡੀਆ ਦੇ ਵਿੱਚ ਆਣੇ ਸ਼ੁਰੂ ਹੋ ਗਏ। ਤਾਂ ਜਿਹਦਾ ਕਿ ਟੱਚ ਹੈਲੇਨਿਸਟਿਕ ਆਰਟ, ਹੈਲੇਨਿਸਟਿਕ ਆਰਟ ਦਾ ਜੋ ਟੱਚ ਹੈ ਉਹ ਸੀ ਗੰਧਾਰਾ ਆਰਟ ਦੇ ਵਿੱਚ ਫੀਲ ਕਰ ਸਕਦੇ। ਤੇ ਕੰਟਰੀਬਿਊਸ਼ਨ ਕਿਹਨਾਂ ਦੀ ਹੈ, ਗ੍ਰੀਕਸ ਦੀ ਹੈ। ਗ੍ਰੀਕਸ ਹੀ ਸੀ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਸਿਲਵਰ ਕੋਇਨਸ ਇਸ਼ੂ ਕੀਤੇ ਆਪਣੇ ਕਿੰਗਸ ਦੇ ਨਾਮ ਦੇ ਉੱਤੇ। ਦੈਨ ਹੈਲੇਨਿਸਟਿਕ ਆਰਟ ਜੋ ਉਸ ਟਾਈਮ ਉੱਤੇ ਫਲਰਿਸ਼ ਹੋ ਰਹੀ ਹੈ, ਹੈਲੇਨਿਸਟਿਕ ਪੀਰੀਅਡ ਦੇ ਵਿੱਚ ਹੋ ਰਹੀ ਸੀ, ਉਹਦਾ ਵੀ ਥੋੜਾ ਜਿਹਾ ਟੱਚ ਸਾਨੂੰ ਗੰਧਾਰਾ ਆਰਟ ਦੇ ਵਿੱਚ ਦੇਖਣ ਦੇ ਲਈ ਮਿਲਦਾ ਹੈ। ਤੇ ਗੰਧਾਰਾ ਉਹੀ ਰੀਜਨ ਹੈ, ਵੈਲਦੀਐਸਟ ਰੀਜਨ, ਜਿਹਨੂੰ ਸਭ ਤੋਂ ਪਹਿਲਾਂ ਪਰਸ਼ੀਅਨ ਐਮਪਰਰ ਸਾਇਰਸ ਨੇ ਆ ਕੇ ਕੌਨਕਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਦੈਨ ਉਸ ਤੋਂ ਬਾਅਦ ਅਸੀਂ ਨੈਕਸਟ ਗੱਲ ਕਰਦੇ ਹਾਂ ਸ਼ਾਕਾਸ ਦੀ। ਠੀਕ ਕਿ ਜਿਵੇਂ ਹੀ ਇੰਡੋ ਗ੍ਰੀਕਸ ਦੀ ਅਸੀਂ ਗੱਲ ਕੀਤੀ ਹੈ ਕਿ ਇੰਡੋ ਗ੍ਰੀਕਸ ਆਏ ਸ਼ੁੰਗਾ ਡਾਇਨਸਟੀ ਦੇ ਨਾਲ ਨਾਲ ਬਹੁਤ ਸਾਰੀ ਸੈਂਟਰਲ ਏਸ਼ੀਅਨ ਡਾਇਨਸਟੀਜ਼ ਜੋ ਹੈ ਉਹ ਅੰਦਰ ਐਂਟਰ ਕਰਨੀਆਂ ਸ਼ੁਰੂ ਕਰ ਗਈਆਂ। ਉਸੇ ਤਰੀਕੇ ਦੇ ਨਾਲ ਹੁਣ ਐਂਟਰੀ ਹੁੰਦੀ ਹੈ ਸ਼ਾਕਾਸ ਦੀ। ਸ਼ਾਕਾਸ, ਸ਼ਾਕਾਸ ਜੋ ਹੈ ਉਹ ਕਿਸ ਟ੍ਰਾਈਬ ਦੇ ਨਾਲ ਰਿਲੇਟਡ ਨੇ, ਸਿਥਿਸ ਟ੍ਰਾਈਬ। ਸਿਥਿਸ ਟ੍ਰਾਈਬ, ਸ਼ਾਕਾ ਜੋ ਵੰਸ਼ ਹੈ ਉਹ ਕਿਸ ਟ੍ਰਾਈਬ ਨਾਲ ਜੁੜਿਆ ਹੋਇਆ ਹੈ, ਸਿਥਿਸ ਟ੍ਰਾਈਬ ਦੇ ਨਾਲ ਜੁੜਿਆ ਹੋਇਆ ਹੈ। ਤੇ ਇਹ ਹੌਲੀ ਹੌਲੀ ਨਾਰਥ ਵੈਸਟਰਨ ਇੰਡੀਆ ਦੇ ਵਿੱਚ ਆ ਕੇ ਸੈਟਲ ਹੋਣਾ ਸ਼ੁਰੂ ਹੋ ਜਾਂਦੇ ਨੇ। ਤੇ ਜਿਵੇਂ ਸੈਟਲ ਹੁੰਦੇ ਨੇ ਤੇ ਅਰਾਊਂਡ
पर्टिकुलर जे ਅਸੀਂ ਏਰੀਆ ਬੋਲੀਏ ਕਹੀਏ ਕਿ ਨਾਰਥ ਵੈਸਟਰਨ ਇੰਡੀਆ ਦੇ ਵਿੱਚ ਕਿਹੜਾ ਏਰੀਆ ਤਕਸ਼ਲਾ तक्षशिला अगेन कैपिटल ऑफ गंधारा रीजन अराउंड 100 BC कि शाकास हिथिस ट्राइब तो बिलोंग करते सी ते ऑलमोस्ट 100 BC ਦੇ ਵਿੱਚ तक्षशिला रीजन ਦੇ आस-पास ਉਹ आके हौली-हौली सेटल होना शुरू हो जाते। फिर हौली-हौली जो इन्हां ਦੇ सक्सेसिव शाका रूलर्स आंदे रहे ਉਹਨਾਂ ਨੇ ਆਪਣੇ ਏਰੀਆ ਨੂੰ ਹੋਰ ਜ਼ਿਆਦਾ ਐਕਸਪੈਂਡ ਕਰਨ ਦੀ ਕੋਸ਼ਿਸ਼ ਕੀਤੀ ਤੇ ਐਕਸਪੈਂਸ਼ਨ ਉਹਨਾਂ ਦੀ ਕਿੱਥੇ ਤੱਕ ਹੋ ਜਾਂਦੀ ਹੈ ਮਥੁਰਾ तो लैके गुजरात तक मथुरा गुजरात ये सारे रीजन तक वो एक्सपांड कर जाते हैं जिमें जिमें सक्सेसिव शाका रूलर्स जो है अगे आते रहते। दैन उस तो बाद जे असीं गल करिए कि शाका वंश दे विच सब तो इंपॉर्टेंट या प्रोमीनेंट नाम किहड़ा आंदा है तो सब तो इंपॉर्टेंट ते प्रोमीनेंट नाम शाका वंश दे नाल जो जुड़िया हुआ है जे असीं पंजाब स्पैसिफिक नूं गल करते हैं तो कौन है रुद्रदमन नाम है रुद्र दमन वन। रुद्र दमन वन रुद्र दमन मोस्ट फेमस मन्या जाता है कि सेकेंड एडी ठीक है टाइम पीरियड इज सेकेंड एडी कि सेकेंड एडी के आस-पास रुद्र दमन वन शाका डायनेस्टी तो शाका वंश तो बिलोंग करते हैं। इस टाइम इन्होंने इत्थे रूल किया तो इन्होंने पूरा जो अपना एम्पायर सी उन्होंने वैसटर्न इंडिया दे विच पूरे तरीके नाल फ्लरिश कर लिया सी पूरे तरीके नाल उन्होंने एक्सपैंड कर लिया सी ते हौली हौली ये भी मालवा सौराष्ट्र गुजरात इन्हां रीजनस दे विच पहुंचना शुरू कर गए। दैन उस तो बाद इंपॉर्टेंट चीज़ जो रुद्र दमन दे नाल जुड़ी हुई है वो की है क्योंकि हुण तक असीं सारी इंस्क्रिप्शनस की गल करते आए ने कि सानूं बहुत सारी इंस्क्रिप्शनस मिलियां ग्रीक इंस्क्रिप्शनस भी मिलियां बेहिस्तन इंस्क्रिप्शनस भी मिलियां ते दोबारा तुसीं इहनूं थोड़ा जिहा रिकॉल करन दी कोशिश करियो कि बेहिस्तन इंस्क्रिप्शन किहदे नाल रिलेटेड सी किस तो बिलोंग करदी सी। रुद्रदमन वन दा इंस्क्रिप्शन दे नाल नाम किस तरीके नाल जुड़िया हुआ है कि जो फर्स्ट संस्कृत इंस्क्रिप्शन सी वो रुद्रदमन वन ने इशू की थी इशूड बाय रुद्रदमन वन। संस्कृत इंस्क्रिप्शन का मतलब कि इस तरीके की इंस्क्रिप्शन जो किस लैंग्वेज सी संस्कृत लैंग्वेज तो इंपॉर्टेंट चीज़ है तो इस पर्टिकुलर इंस्क्रिप्शन का जैसी ना कहिए कि ना की सी तो इस इंस्क्रिप्शन का ना सी जूनागढ़ इंस्क्रिप्शन रुद्रदमन के नाल जो एक फैक्चुअल इंफॉर्मेशन जुड़ी हुई है वो की है जूनागढ़ इंस्क्रिप्शन जो कि किस लैंग्वेज है संस्कृत लैंग्वेज दे फर्स्ट संस्कृत इंस्क्रिप्शन सी जो कि रुद्रदमन वन जो शाका डायनेस्टी तो शाका वंश तो बिलोंग करते हैं उन्होंने इशू की सी। दैन शाका वंश का खात्मा या उन्होंने डिक्लाइन या वो किस तरीके नाल वैनिश होंदी है तो गुप्ता डायनेस्टी असीं अगे हालांकि देखांगे बट गुप्ता वंश तो ही शाका वंश जो है खत्म होंदा है इमीजिएट और नाल काफ़ी चीज़ां जो ने वो कंटैंपरेरी भी चलदियां ने ठीक है। तो शाका वंश जो है वो गुप्ता डायनेस्टी के नाल खत्म होंदा है पर उहदे आन नाल खत्म नहीं होंदा। गुप्ता डायनेस्टी दे विचों फेमस चंद्रगुप्ता विक्रमादित्य चंद्रगुप्ता विक्रमादित्य चंद्रगुप्ता विक्रमादित्य ने जो शाका डायनेस्टी सी शाका डायनेस्टी नूं खत्म किया ठीक है। गुप्ता डायनेस्टी दे विच जो मेजर एक प्रोमिनेंट पर्सनैलिटी का नाम आता है चंद्रगुप्ता विक्रमादित्य उन्होंने ही शाका डायनेस्टी शाका वंश का खात्मा किया सी। दैन इस तो बाद क्योंकि असीं सेंट्रल एशिया की बहुत सारे वंश की बहुत सारी डायनेस्टीज़ की गल कर रहे हैं तो एक इहदे विचों असीं इंडो ग्रीक देखिया शाका वेखिया ते हुण नेक्स्ट जो है की है पार्थियंस नेक्स्ट इज पार्थियन वंश पार्थियन वंश जो है वो भी की है ईरानियन ओरिजिन हुण असीं ये मान के नहीं चलांगे कि इंडो ग्रीक तो बाद शाकाज आए शाकाज तो बाद पार्थियंस आए नहीं इस सीक्वेंस इस तरीके नाल नहीं कि उन्होंने तो बाद ही उन्होंने रिप्लेस करते रहे कुछ चीज़ां जिवें मैं कहा कि कंटैंपरेरी और नाल भी चलदियां रहियां
बट एक तो बाद ही जो है भी पहला वो आए सी, बट हाँ थोड़े टाइम पीरियड बाद ये चीज़ां भी शुरू हो गई, फ्लरिश होनी शुरू हो गई। जिमें कि ਅਸੀਂ ਹੁਣ ਹਰਸ਼ਵਰਧਨ ਏਜ ਦੀ ਜਦ ਗੱਲ ਕਰਾਂਗੇ ਤਾਂ ਹਰਸ਼ਵਰਧਨ ਏਜ ਜਾਂ ਉਸ ਡਾਇਨਸਟੀ ਬਾਰੇ ਆਲਰੇਡੀ ਪਹਿਲਾਂ ਜਾਣਦੇ ਸੀ, ਬਟ ਜੋ ਉਹਨੂੰ ਫੇਮ ਮਿਲਦਾ ਹੈ ਉਹ ਹਰਸ਼ਵਰਧਨ ਦੇ ਆਉਣ ਤੋਂ ਬਾਅਦ ਹੀ ਮਿਲਦਾ ਹੈ, ਤਾਂ ਹੀ ਕਰਕੇ ਉਹਨੂੰ ਵਰਧਨ ਏਜ ਜੋ ਹੈ ਉਹ ਨਾਂ ਵੀ ਦਿੱਤਾ ਗਿਆ। ਪਾਰਥੀਅਨਸ ਇਰਾਨੀਅਨ ओरिजिन्स है, तो इत्थे जो सब तो इंपॉर्टेंट नाम जो असीं हुण पंजाब दे नाल, बिकॉज लास्ट टाइम जो असीं हुणे गल करके हटे हैं शाकल्स दी, या उस तो बाद असीं पहलां गल कीती है इंडो ग्रीक्स दी। इंडो ग्रीक्स दे विच चलो एक सियालकोट नाम जो है पंजाब पाकिस्तान दा आ जांदा है, बट पार्थियान्स दे विच इवें दा कोई नाम नहीं है। सिर्फ ये दिखता है कि हाँ जी एक्सपैंड जरूर कीता सी, नॉर्थ वेस्टर्न इंडिया नूं आके कॉन्कर करन दी उन्होंने कोशिश की सी। ते पार्थियान्स जो इरानियन ओरिजिन असीं गल कर रहे हैं, इन्हां दे विच जो सब तो इंपॉर्टेंट नाम है वो की है Gondopharnes, Gondophernes, Gondopharnes। तो हुण इहदे लई साडे कोल जो इंपॉर्टेंट सोर्सेस ने कि किहड़ी चीज़ है जो ये दसदी है कि Gondopharnes जो है इन्हें एक टाइम पंजाब ते रूल कीता सी। Gondopharnes एक फेमस किंग सी, ते इहदे नां दे जो सिक्के ने या सिक्के घड़न वाले जो मोल्ड्स हुंदे ने वो सानू मिले, ठीक है। सोर्सेस बोलो तो नाले इनू एविडेंसिस भी कह सकते हैं। तो सोर्सेस एंड एविडेंसिस थोड़ा जिहा इहदे विच डिफरेंस है, तो असीं शब्दां दी चोण बड़े ही ध्यान नाल करनी है कि कदों असीं किस चीज़ नू सोर्स कह रहे हैं तो कदों असीं किस चीज़ नू एविडेंस कहने हैं। ਜਦੋਂ ਅਸੀਂ सोर्स की गल करते हैं तो पर्टिकुलर ਅਸੀਂ गल कर रहे हैं कि किसी हिस्टोरीयन ने, किसी इंस्क्रिप्शन ने, किसी डॉक्यूमेंट ਦੇ ਵਿੱਚ ਇਹ ਚੀਜ਼ ਅਸੀਂ ਲਿਖੀ ਹੋਈ ਪੜ੍ਹੀ ਹੈ। एविडेंस की ਹੁੰਦਾ है जो मैंने फिजिकल फॉर्म ਦੇ ਵਿੱਚ नज़र आ रहा है कि कल ਨੂੰ मैं उसਨੂੰ ਚੱਕ ਕੇ चीज़ ਨੂੰ दिखा सकती ਹਾਂ कि ਇਹ चीज़ ਐਵੇਂ ਸੀ, ठीक है। ਹੁਣ ਜਿਵੇਂ ਇਹਨਾਂ ਦੇ ਡਾਇਨਸਟੀ ਦੇ ਵੰਸ਼ ਦੇ ਕਿ ਇਹ ਰਾਜ ਕਰਦੇ ਰਹੇ ਨੇ ਪੰਜਾਬ ਦੇ ਵਿੱਚ, ਇਹਨਾਂ ਨੇ ਰਾਜ ਕੀਤਾ ਕਾਫੀ ਟਾਈਮ ਦੇ, ਉਸ ਚੀਜ਼ ਦੇ ਐਵੀਡੈਂਸਿਸ ਨੇ। ਐਵੀਡੈਂਸਿਸ ਕਿਸ ਫॉर्म 'ਚ ਨੇ? ਇਹਨਾਂ ਦੇ ਸਾਨੂੰ ਕੀ ਮਿਲਿਆ ਹੈ? ਕॉइन्स मिले ने ते कॉइन मोल्ड्स, ठीक है। कॉइन मोल्ड्स जिन्हां दे विच सिक्के घड़े जांदे सी, सिक्के भी मिले ने ते सिक्कियां नूं घाड़न वाला जो ढांचा है कॉइन मोल्ड्स जो ने वो भी मिले कित्थों ने? ਉਹੀ ਦੋ ਰੀਜਨ ਜੋ ਅਸੀਂ ਪਹਿਲਾਂ ਵੀ ਡਿਸਕਸ ਕਰ ਚੁੱਕੇ ਹਾਂ। ਪੈਲੀਓਲਿਥਿਕ ਏਜਸ ਦੇ ਵਿੱਚ ਵੀ ਅਸੀਂ ਉਹਦੇ ਬਾਰੇ ਗੱਲ ਕੀਤੀ, ਜਾਂ ਮੇਜਰ ਅਸੀਂ ਉਹਦੇ ਨਾਲ ਜੋੜਿਆ ਹੜੱਪਨ ਸਿਵਲਾਈਜੇਸ਼ਨ ਨੂੰ ਕਿ ਹੜੱਪਨ ਟਾਈਮ ਦੇ ਵਿੱਚ ਸਾਨੂੰ ਉੱਥੇ ਕੁਝ ਅਵਸ਼ੇਸ਼ ਮਿਲੇ ਸੀ ਜੋ ਇਹ ਇਸ਼ਾਰਾ ਕਰਦੇ ਨੇ ਕਿ ਇਹ ਹੜੱਪਨ ਸਿਵਲਾਈਜੇਸ਼ਨ ਸਾਈਟਸ ਨੇ। ਕॉइन ਤੇ ਮੋਲਡਸ, ਹੁਣ ਇੰਪੋਰਟੈਂਟ ਚੀਜ਼ ਯਾਦ ਰੱਖਣ ਦੇ ਲਈ ਕੀ ਰਹੇਗਾ ਕਿ ਇਹ ਮਿਲਿਆ ਕਿੱਥੋਂ, ਠੀਕ ਹੈ। ਸੁਨੇਟ, ਲੁਧਿਆਣਾ ਐਂਡ ਰੋਹਿੜਾ, संगरूर, ठीक है। पार्थियंस दे विचों जो फेमस नाम आता है Gondopharnes दा, ਉਹਦੇ ਲਈ जो सोर्सेस ने वो साडे कोल की है, सोर्सेस ਦੇ ਨਾਲੋਂ एविडेंसिस भी मिलिया है। एविडेंस की मिलिया है? कॉइन्स मिले ਉਹਨਾਂ ਦੇ टाइम ਦੇ, ठीक है। तो कॉइन्स की इशारा करते हैं कि यह पर्टिकुलर पार्थियन एजेस ਦੇ ਨੇ, पार्थियन डायनेस्टी तो बिलोंग करते हैं। तो कॉइन्स मिले किहड़ी जगह ते ने? सुनेट, लुधियाना एंड रोहिड़ा, संगरूर, दो मेन रीजन ने इंपॉर्टेंट प्री दे पॉइंट ऑफ व्यू दे नाल। दैन एक होर सोर्स, हुण मैं गल कर रही सोर्स दी, ये हो गए एविडेंसिस, ठीक है। सोर्स ते एविडेंस दे विच जो मैं डिफरेंस दस्सिया, सोर्स की हुंदा है कि किते मैनूं चीज़ लिखी हुई मिली है, बट एविडेंस की है, उहदा प्रूफ की है, ठीक है। फिजिकल फॉर्म दे विच मैनूं वो चीज़ कित्थे नज़र आंदी है, तो ये फिजिकल फॉर्म दे विच मैनूं कॉइन्स मिले ने, सानू मिली है ये चीज़ां, तो ये एविडेंसिस ने। बट सोर्स, ठीक है, सोर्स की है? तख्तेबाही इंस्क्रिप्शन, Gondopharnes दे नाल ही जुड़ी हुई मेन जो सोर्स असी गल करांगे कि ये सोर्स है। सोर्स की है? तख्त ए बाही, तख्तेबाही, तख्तेबाही की है इंस्क्रिप्शन। तो ये इंस्क्रिप्शन है कित्थे? पंजाब पाकिस्तान, पंजाब पाकिस्तान, पर्टिकुलरली रीजन मर्दान, मर्दान रीजन नियर पेशावर। तख्तेबाही, तख्तेबाही की दस रहे हैं, Gondopharnes के बारे दसदा है। इंस्क्रिप्शन, ते इंस्क्रिप्शंस है किथे ने, किथों मिलिया ने? पंजाब पाकिस्तान, मर्दान रीजन है ते मर्दान रीजन नियर पेशावर। ये हुण साडे लई इंपॉर्टेंट सोर्स है। These are the evidences and this is the source.
आई थिंक ਤੁਹਾਨੂੰ ਸੋਰਸ ਤੇ ਐਵੀਡੈਂਸਸ ਦੇ ਵਿੱਚ ਵੀ ਡਿਫਰੈਂਸਸ ਪਤਾ ਚੱਲ ਗਿਆ ਹੋਵੇਗਾ ਕਿ ਐਵੀਡੈਂਸ ਕੀ ਹੁੰਦਾ ਹੈ ਤੇ ਸੋਰਸ ਕੀ ਹੁੰਦਾ ਹੈ, ਕਿਉਂਕਿ ਸ਼ਬਦਾਂ ਦੀ ਚੋਣ ਹੀ ਹੈ ਜੋ ਤੁਹਾਨੂੰ ਮਾਰਕਸ ਲੈ ਕੇ ਆਉਣ ਦੇ ਵਿੱਚ ਜੋ ਹੈ ਹੈਲਪ ਕਰੇਗੀ ਤੇ ਉਹ ਬਹੁਤ ਜ਼ਿਆਦਾ ਜ਼ਰੂਰੀ ਵੀ ਹੈ। ਅਦਰਵਾਈਜ਼ ਜਿਵੇਂ ਅਸੀਂ ਕਹਿੰਦੇ ਹਾਂ ਕਿ ਅਰਥ ਦਾ ਅਨਰਥ ਹੋ ਜਾਂਦਾ ਹੈ, ਉਹ ਚੀਜ਼ ਹੋ ਸਕਦੀ ਹੈ। ਠੀਕ ਹੈ, ਨੈਕਸਟ ਅਸੀਂ ਦੇਖਦੇ ਹਾਂ ਤੇ ਇੰਡੋ ਪਾਰਥੀਅਨ। ਕਈ ਜਗ੍ਹਾ ਤੁਹਾਨੂੰ ਇਹਦਾ ਨਾਮ ਮਿਲੇਗਾ ਕਿ ਇੰਡੋ ਪਾਰਥੀਅਨ ਕਿੰਗਡਮ। ਇੰਡੋ ਪਾਰਥੀਅਨ ਕਿੰਗਡਮ ਦੇ ਨਾਮ ਦੇ ਨਾਲ ਜੇ ਨਾਂ ਆਉਂਦਾ ਹੈ ਕਿ ਕਿਹਨੇ ਇਸ ਚੀਜ਼ ਨੂੰ ਸਟੈਬਲਿਸ਼ ਕੀਤਾ, ਕੌਣ ਇਸ ਕਿੰਗਡਮ ਦਾ ਜੋ ਹੈ ਮੇਨ ਫਾਊਂਡਰ ਹੈ, ਤਾਂ ਵੀ ਜੋ ਨਾਮ ਹੈ ਉਹ ਗੌਂਡੋਫਿਰਨਸ ਦਾ ਹੀ ਆਏਗਾ ਜਾਂ ਫਿਰਸ ਦਾ ਆਏਗਾ। ਇਹਦੇ ਨਾਮ ਦੇ ਵਿੱਚ ਵੀ ਥੋੜੀ ਜਿਹੀ ਚੇਂजेस ਤੁਹਾਨੂੰ ਮਿਲਣਗੇ, PHARESB ਕਈ ਜਗ੍ਹਾ ਤੁਹਾਨੂੰ ਮਿਲੇਗਾ ਗੌਂਡੋਫਿਰਨਸ ਜਾਂ ਗੌਂਡੋਫਿਰਨਸ। ਠੀਕ ਹੈ, ਇਹ ਜੁੜੇ ਹੋਏ ਨੇ ਪਾਰਥੀਅਨ ਕਿੰਗਡਮ ਦੇ ਨਾਲ। ਓਕੇ, ਲੈਟਸ ਮੂਵ। ਨੈਕਸਟ ਅਸੀਂ ਗੱਲ ਕਰਦੇ ਹਾਂ ਕੁਸ਼ਾਨਸ ਦੇ ਬਾਰੇ। ਠੀਕ ਹੈ, ਇਸੇ ਤਰੀਕੇ ਨਾਲ ਹੌਲੀ ਹੌਲੀ ਇਹ ਟ੍ਰਾਈਬਸ ਜੋ ਨੇ ਆਪਣਾ ਅਲੱਗ-ਅਲੱਗ ਇੱਕ ਕਿੰਗਡਮ ਜੋ ਹੈ ਸਟੈਬਲਿਸ਼ ਕਰਦੇ ਨੇ। ਇੱਕ ਸਾਡੇ ਕੋਲ ਨਾਮ ਆ ਗਿਆ ਇੰਡੋ ਗ੍ਰੀਕਸ ਦਾ, ਦੈਨ ਉਸ ਤੋਂ ਬਾਅਦ ਅਸੀਂ ਪੜ੍ਹਿਆ ਸ਼ਾਕਾਸ, ਦੈਨ ਪਾਰਥੀਅਨਸ, ਤੇ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਕੁਸ਼ਾਨਸ ਦੇ ਬਾਰੇ। ਕੁਸ਼ਾਨਸ कुशान किंगडम जो है यूजी ट्राइब YUEZHI यूजी ट्राइब है ऑफ चाइना। ठीक है, कुशान जो डायनेस्टी है, कुशान डायनेस्टी यूजी ट्राइब या समटाइम्स तुसी इन्हों देखोगे कि कई जगह इन्हों यूची ट्राइब जो है वो प्रोनाउंस किया जाता है, यूजी ट्राइब ऑफ चाइना। ठीक है, इस तरीके नाल इन्हां ने जो नॉर्थ वैसटर्न एरिया दे विच जो पार्थियन सी, क्योंकि इस तो पहला असीं पढ़िया कि पार्थियन सीगे, पार्थियंस पर्टिकुलरली जो नॉर्थ वैसटर्न रीजन पार्थियंस सी, उन्हां नूं रिप्लेस कीता। किहने रिप्लेस कीता? यूजी ट्राइब ऑफ चाइना। तो उस तो बाद ही थोड़ी कुशान डायनेस्टी जो है, वंश जो है वो उत्थों शुरू हो जाता है। मेन इंपॉर्टेंट अगेन जो साडे लई ना है कुशान दे नाल जुड़िया होया, वो किहड़ा है? कनिष्क। कुशान वंश के नाल जो नाम जुड़िया होया इंपॉर्टेंट जो नाम है वो की है? कनिष्क द ग्रेटेस्ट। कनिष्क द ग्रेटेस्ट। कनिष्क द ग्रेटेस्ट ये जाके नैक्सट जो साका एरा जो है वो इन्हां दे नाल शुरू होंदा है ऑलमोस्ट 78 AD। When he ascended to the throne in 78 AD, साका एरा या शाका एरा जो है इत्थे शुरू होता। ठीक है, कनिष्क के नाम दे नाल, ते कनिष्क किस तो बिलोंग कर रहा है? कुशान डायनेस्टी। कुशान डायनेस्टी ਤੇ ਵੀ ਨਾਰਥ ਵੈਸਟ ਇੰਡੀਆ ਦੇ ਉੱਤੇ ਇਹਨਾਂ ਨੇ ਰੂਲ ਕੀਤਾ। ਤੇ ਨਾਰਥ ਵੈਸਟ ਜਦੋਂ ਅਸੀਂ ਇੰਡੀਆ ਦੀ ਗੱਲ ਕਰ ਰਹੇ ਹਾਂ, ਕਿਉਂਕਿ ਉਸ ਟਾਈਮ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਕਾਫੀ ਵਾਰ ਐਕਸਪਲੇਨ ਕਰ ਚੁੱਕੀ ਹਾਂ ਕਿ ਜੋ ਅੱਜ ਦੇ ਟਾਈਮ ਦਾ ਮੈਪ ਸਾਡੇ ਦਿਮਾਗ ਦੇ ਵਿੱਚ ਹੈ, ਥੋੜਾ ਜਿਹਾ ਉਹਨਾਂ ਨੂੰ ਤੁਹਾਨੂੰ ਬਾਹਰ ਕੱਢ ਕੇ ਐਂਸ਼ੀਅੰਟ ਹਿਸਟਰੀ ਨੂੰ ਸਮਝਣਾ ਪਏਗਾ। ਤਾਂ ਨਾਰਥ ਵੈਸਟਰਨ ਇੰਡੀਆ ਦੇ ਵਿੱਚ ਅਸੀਂ ਪਰਟੀਕੂਲਰ ਰੀਜਨ ਦੇਖਾਂਗੇ ਕਿ ਪੰਜਾਬ ਤਾਂ ਉਹਦੇ ਵਿੱਚ ਇਨਕਲੂਡਡ ਹੈ, ਜੋ ਕਿ ਸਾਡੇ ਲਈ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਪੰਜਾਬ ਜੀਕੇ ਨੂੰ ਕਰਦੇ ਹੋਏ। ਬਟ ਹੋਰ ਨਾਲ ਨਾਲ ਕਿਹੜੇ ਰੀਜਨ ਸੀ ਜਿਹਨੂੰ ਕਿ ਨਾਰਥ ਵੈਸਟਰਨ ਇੰਡੀਆ ਦੇ ਵਿੱਚ ਐਡ ਕੀਤਾ ਗਿਆ। ਤਾਂ ਕਨਿਸ਼ਕ ਨੇ पर्टिकुलर ਕਿਹੜੇ ਰੀਜਨ ਜੋ ਸੀ ਉੱਥੇ ਤੱਕ ਆਪਣਾ ਐम्पायर ਨੂੰ, ਆਪਣੀ डायनेस्टी ਨੂੰ ਨੇ फैलाया या रूल किया। मेन इंपॉर्टेंट रीजन है कश्मीर, पंजाब, सिंध, यूपी, मालवा, राजस्थान, काठियावाड़ and Konkan। कनिष्क ने ये मेन इंपॉर्टेंट रीजन्स ने जिथे कि ने रूल किया। कनिष्क याद रखना है कि असी किस डायनेस्टी तो बिलोंग करता है, कुशान्स तो, क्योंकि ये पंजाब रीजन का भी नाम आया है। क्योंकि नॉर्थ वैसटर्न इंडिया की जब असी गल की कि सब तो पहला एंटर करते ही पंजाब जो कि एक्सटेंड हो रहा है फर्दर थोड़े अफगानिस्तान के तक, उत्थों शुरू हो जाता है। कश्मीर है, पंजाब, सिंध,
यूपी, मालवा, राजस्थान, काठियावाड़ ते कोंकण, इन्हां सारिया रीजनस नूं कनिष्क ने रूल किया, कॉन्कर करके उत्थे उन्हें अपना एक अंपायर जो है एस्टैबलिश करने की कोशिश की। इंपॉर्टेंट जो चीज़ अगेन पंजाब स्पैसिफिक जे असीं उहनूं गल करिए फैक्ट की तां की है कि सब तो पहले कनिष्क ने अपनी 2 कैपिटल्स बनाई हैं। जो फर्स्ट कैपिटल है, फर्स्ट कैपिटल कनिष्क दी फर्स्ट कैपिटल वो कित्थे सी? पेशावर। ठीक है, फर्स्ट कैपिटल पेशावर, पंजाब, पाकिस्तान। ते उस टाइम पेशावर नूं नाम दिता गया सी पुरुषपुरा। पुरुषपुरा कनिष्क दी जो फर्स्ट कैपिटल है पेशावर, उस टाइम का नाम पुरुषपुरा। तो इस करके पेपर दे विच प्री दे क्वेश्चन दे विच पुरुषपुरा नाम भी आ सकता है। तो पुरुषपुरा नाम ध्यान रखना है कि जो आज से टाइम द प्रेजेंट पेशावर है इन पंजाब पाकिस्तान, वही फर्स्ट कैपिटल सी कनिष्क दी। फिर एक अपनी एक और कैपिटल बनाई, सेकंड कैपिटल ऑफ कनिष्क मथुरा, यूपी। मथुरा, यूपी। ठीक है, तो कनिष्क दे नाल जुड़ते हुए साडे कोल की फैक्ट्स ने कि किहड़े-किहड़े एरियाज से उन्हें रूल किया सी, जिहदे विच कि साडे लई इंपॉर्टेंट पंजाब ते सिंध उहदे पार्ट बनते हैं। दैन जो फर्स्ट उहदी कैपिटल सी पेशावर है, पुरुषपुरा, पंजाब, पाकिस्तान, एंड सेकंड कैपिटल इज मथुरा, यूपी। उस तो बाद जे असीं अगे गल करिए कि कनिष्क जो रूल सीगा उहदी सिग्निफिकेंस की है, इंपॉर्टेंस की है पंजाब के रिगार्डिंग, इंडिया के रिगार्डिंग, क्यों कनिष्क जो है इतना ज़्यादा इंपॉर्टेंट है या उन्होंने कनिष्क दी ग्रेटेस्ट किया जा रहा है। ठीक है, अलेक्जेंडर दी ग्रेट असी पढ़िया है, अशोका दी ग्रेट पढ़िया है, बट कनिष्क दी ग्रेटेस्ट। ठीक है, तो इंपॉर्टेंट चीज़ है सिग्निफिकेंस। तो सिग्निफिकेंस जरूरी क्यों है साडे लिए इत्थे? मेन्स के पॉइंट ऑफ व्यू नाल सिग्निफिकेंस ज़्यादा जरूरी है। हालांकि फैक्चुअल इन्फॉर्मेशन तो बिना असी मेन्स आंसर भी नहीं लिख सकते, बट समटाइम्स होंदा है कि कुछ एनालिटिकल गल्लां विच सानूं ऐड करनियां पैंदियां ने। तो वो एनालिटिकल गल्लां की ने कि इंपॉर्टेंट चीज़ की है कि उन्हें इंटीग्रेट किया सेंट्रल एशिया विद नॉर्थ इंडिया, सेंट्रल एशिया विद नॉर्थ इंडिया। ठीक है, ऐसे की गल कर रहे हैं सिग्निफिकेंस ऑफ कनिष्क रूल, सिग्निफिकेंस ऑफ कनिष्क रूल, कनिष्का दे रूल दी सिग्निफिकेंस इंपॉर्टेंस पंजाब दे रिगार्डिंग भी या एज अ होल इंडिया दे रिगार्डिंग भी। सब तो पहला इंपॉर्टेंट चीज़ की सी कि उन्हें कंसोलीडेट करा किया सारी चीज़ों को इंटीग्रेट किया। ठीक है, तो इन्होंने चीज़ों की हुई है इंटीग्रेशन। He integrated the Central Asia with the North India. Then साडे कोल सेकंड इंपॉर्टेंट चीज़ की है इंटीग्रेट किया, किस चीज़ इंटीग्रेट करता? इनटू अ सिंगल एम्पायर। सिग्निफिकेंस ऑफ कनिष्क रूल, सिग्निफिकेंस की है कि सेंट्रल एशिया ते नॉर्थ इंडिया ने इंटीग्रेट करता तो एक सिंगल एम्पायर का हिस्सा बनाता वो सारा वड्डा रीजन। ठीक है, सैकेंड इंपॉर्टेंस यदि की है कि इहदे नाल होया कि इंटरमिक्सिंग ऑफ डिफरेंट कल्चर्स, इंटरमिक्सिंग ऑफ डिफरेंट कल्चर्स कि अलग-अलग कल्चर्स जो सी हो हुण इंटरमिक्स होने शुरू हो गए। बिल्कुल इंटरमिक्स होंगे क्योंकि पूरा सेंट्रल एशिया ते नॉर्थ इंडिया नूं एक सिंगल एम्पायर दे विच कन्वर्ट करता, उन्होंने इंटीग्रेट करता, उन्होंने जोड़ता। तो जिवें उहदी कंसोलीडेशन हुई, कंसोलीडेशन तो बाद लोगों का आपस दे विच आना जाना, मिलना, ट्रेड, ये सारी चीज़ां वध गईयां। तो जदों ये चीज़ां हुंदियां ने साडी सोशलाइजेशन का एक पार्ट बन जाती है हौली हौली जाके, तो उस तरीके नाल इंटरमिक्सिंग ऑफ डिफरेंट कल्चर जो है चीज़ां होनियां शुरू हो गई। तो थर्ड इंपॉर्टेंट चीज़ सी इंटर रीजनल ट्रेडिंग एक्टिविटीज़। किस चीज़ में इंक्रीज होया? इंक्रीज इन इंटर रीजनल ट्रेडिंग एक्टिविटीज।
ਸਾਡੇ ਕੋਲ ਇੰਪੋਰਟੈਂਟ 3 ਚੀਜ਼ਾਂ ਨੇ ਜੋ ਕਿ ਕਨਿਸ਼ਕ ਰੂਲ ਤੋਂ ਸਾਨੂੰ ਲੱਗਦਾ ਹੈ ਕਿ ਸਾਡੇ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਸੀਗੀਆਂ, ਜਾਂ ਕਿਉਂ ਅਸੀਂ ਇਹਨੂੰ ਬ੍ਰਿਟਿਸ਼ ਬੋਲਦੇ ਹਾਂ, ਕਿਉਂਕਿ ਇਹਨੇ ਸੈਂਟਰਲ ਏਸ਼ੀਆ ਨੂੰ ਨਾਰਥ ਇੰਡੀਆ ਦੇ ਨਾਲ ਇੰਟੀਗ੍ਰੇਟ ਕਰਕੇ ਇੱਕ ਸਿੰਗਲ ਇੰਪਾਇਰ ਦੇ ਵਿੱਚ ਕਨਵਰਟ ਕਰਤਾ। ਦੈਨ ਅਸੀਂ ਇਹ ਕਹਿ ਸਕਦੇ ਹਾਂ ਕਿ ਫਰਦਰ ਉਹਦਾ ਹੈ ਇੰਪੈਕਟ ਸੀ। ਇੰਪੈਕਟ ਕੀ ਆਇਆ ਕਿ ਇੰਟਰਮਿਕਸਿੰਗ ਹੋਏ ਡਿਫਰੈਂਟ ਕਲਚਰਸ ਦੀ, ਅਲੱਗ-ਅਲੱਗ ਕਲਚਰਸ ਜੋ ਸੀ ਉਹ ਆਪਸ ਦੇ ਵਿੱਚ ਮਿਕਸ ਹੋਏ, ਠੀਕ ਹੈ। ਦੈਨ ਇਨਕਰੀਜ਼ ਹੋਇਆ ਇੰਟਰ ਰੀਜਨਲ ਟ੍ਰੇਡਿੰਗ ਐਕਟੀਵਿਟੀਜ਼, ਇੰਟਰ ਰੀਜਨਲ ਟ੍ਰੇਡ ਜੋ ਸੀ ਆਪਸ ਦੇ ਵਿੱਚ ਉਹ ਵਧਣਾ ਸ਼ੁਰੂ ਹੋ ਗਿਆ। ਤਾਂ ਇਸ ਕਰਕੇ ਅਸੀਂ ਕਨਿਸ਼ਕ ਨੂੰ ਪੜ੍ਹਦੇ ਹਾਂ, ਉਹਨੂੰ ਦ ਗ੍ਰੇਟੈਸਟ ਜੋ ਹੈ ਉਹਦੇ ਨਾਮ ਦੇ ਨਾਲ ਇੱਕ ਐਡਜੈਕਟਿਵ ਅਸੀਂ ਜੋੜਦੇ ਹਾਂ। ਨੈਕਸਟ ਜੋ ਗੱਲ ਹੈ ਕਿ ਕਿਸ ਤਰੀਕੇ ਨਾਲ ਇਹਦੀ ਡਿਕਲਾਈਨ ਹੁੰਦੀ ਹੈ, ਤਾਂ ਡਿਕਲਾਈਨ ਇਹਦੀ ਆਲਮੋਸਟ 300 AD ਦੇ ਵਿੱਚ, 300 AD ਤੱਕ ਕਨਿਸ਼ਕ ਰੂਲ, ਜਾਂ ਇਨ ਟੋਟਲ ਕਹਿ ਸਕਦੇ ਹਾਂ ਕਿ ਕੁਸ਼ਾਨ ਜੋ ਡਾਇਨਸਟੀ ਸੀਗੀ, ਕੁਸ਼ਾਨ ਜੋ ਵੰਸ਼ ਸੀ, ਉਹ ਹੌਲੀ ਹੌਲੀ ਡਿਕਲਾਈਨ ਹੋਣਾ ਸ਼ੁਰੂ ਹੋ ਜਾਂਦਾ ਹੈ 300 AD ਤੱਕ। ਠੀਕ, ਇੰਪੋਰਟੈਂਟ ਚੀਜ਼ਾਂ ਕੀ ਸੀ ਜੋ ਇੱਕਦਮ ਮੌਰੀਅਨ ਤੋਂ ਬਾਅਦ ਜੋ ਹੈ ਸ਼ਿਫਟ ਲੈਂਦਾ ਹੈ। ਸਭ ਤੋਂ ਪਹਿਲਾਂ ਸ਼ੁੰਗਾ ਡਾਇਨਸਟੀ ਦੀ ਅਸੀਂ ਗੱਲ ਕੀਤੀ ਕਿ ਸ਼ੁੰਗਾ ਡਾਇਨਸਟੀ ਜੋ ਹੈ ਸਟੈਬਲਿਸ਼ ਹੋ ਜਾਂਦੀ ਹੈ। ਪੁਸ਼ਯਮਿਤਰਾ ਸ਼ੁੰਗਾ ਜੋ ਹੈ ਉਹ ਲਾਸਟ ਬ੍ਰਿਹਦਰਥ ਮੇਨ ਮੌਰੀਅਨ ਐਮਪਾਇਰ ਤੋਂ ਸੀ, ਉਹਨੂੰ ਮਾਰ ਕੇ ਸ਼ੁੰਗਾ ਡਾਇਨਸਟੀ ਉੱਥੋਂ ਸ਼ੁਰੂ ਹੋ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਗੱਲ ਕੀਤੀ ਕਿ ਸੈਂਟਰਲ ਏਸ਼ੀਆ ਤੋਂ ਹੋਰ ਵੀ ਬਹੁਤ ਸਾਰੀ ਡਾਇਨਸਟੀਜ਼ 1 ਬਾਏ 1 ਕਰਕੇ ਇਸ ਤਰਫ ਨਾਰਥ ਵੈਸਟਰਨ ਇੰਡੀਆ ਵੱਲ ਨੂੰ ਆਉਣਾ ਸ਼ੁਰੂ ਹੋ ਜਾਂਦੀਆਂ ਨੇ। ਸ਼ੁੰਗਾ ਡਾਇਨਸਟੀ ਤੋਂ ਬਾਅਦ ਅਸੀਂ ਗੱਲ ਕੀਤੀ ਕਿ ਇੰਡੋ ਗ੍ਰੀਕਸ ਆ ਗਏ, ਠੀਕ ਹੈ। ਗ੍ਰੀਕ ਸਭ ਤੋਂ ਪਹਿਲਾਂ ਸੀ ਜਿਨ੍ਹਾਂ ਨੇ ਕਿ ਸਿਲਵਰ ਕੋਇਨਸ ਇਸ਼ੂ ਕੀਤੇ ਜਾਂ ਕੋਇਨਸ ਇਸ਼ੂ ਕੀਤੇ। ਇਨ ਟੋਟਲ ਜੇ ਅਸੀਂ ਉਹਨਾਂ ਦੇ ਨਾਲ ਕੋਈ ਐਟਰੀਬਿਊਟ ਅਸੀਂ ਨਾ ਲਗਾਈਏ, ਕੋਈ ਐਡਜੈਕਟਿਵ ਨਾ ਲਗਾਈਏ ਕਿ ਸਿਲਵਰ ਸੀ ਜਾਂ ਗੋਲਡ ਸੀ, ਸਿੰਪਲ ਜਿਹੀ ਕੋਇਨਸ ਦੀ ਗੱਲ ਕਰੇ ਕਿ ਕੋਇਨਸ ਹੀ ਸਭ ਤੋਂ ਪਹਿਲਾਂ ਉਹਨਾਂ ਨੇ ਇਸ਼ੂ ਕੀਤੇ, ਠੀਕ ਹੈ। ਇੰਡੋ ਗ੍ਰੀਕਸ ਹੋ ਗਏ। ਇੰਡੋ ਗ੍ਰੀਕਸ ਤੋਂ ਬਾਅਦ ਅਸੀਂ ਗੱਲ ਕੀਤੀ ਸ਼ਾਕਾਸ ਦੀ, ਠੀਕ ਹੈ। ਸ਼ਾਕਾਸ ਆਏ, ਪਾਰਥੀਅਨਸ ਆਏ, ਠੀਕ ਹੈ, ਤੇ ਕੁਸ਼ਾਨਸ ਆਏ। ਤੇ ਜਿਵੇਂ ਕਿ ਅਸੀਂ ਦੇਖਿਆ ਕਿ ਗੁਪਤਾ ਡਾਇਨਸਟੀ ਦੀ ਵੀ ਅਸੀਂ ਥੋੜਾ ਜਿਹਾ ਵਿੱਚ ਗੱਲ ਕੀਤੀ ਕਿ ਗੁਪਤਾ ਡਾਇਨਸਟੀ ਦੇ ਵਿੱਚੋਂ ਹੀ ਜੋ ਮੇਨ ਚੰਦਰਗੁਪਤਾ ਵਿਕਰਮਾਦਿੱਤਿਆ ਸੀਗੇ, ਉਹਨਾਂ ਨੇ ਸ਼ਾਕਾ ਡਾਇਨਸਟੀ ਜੋ ਸੀ ਉਹਦਾ ਖਾਤਮਾ ਕੀਤਾ। ਤੇ ਗੁਪਤਾ ਡਾਇਨਸਟੀ ਦੇ ਰਿਗਾਰਡਿੰਗ ਸਾਡੇ ਕੋਲ ਬਹੁਤ ਸਾਰੀ ਜੋ ਫੈਕਟਸ ਨੇ ਜਾਂ ਗੱਲਾਂ ਨੇ ਪੰਜਾਬ ਦੇ ਨਾਲ ਸਪੈਸੀਫਿਕ, ਪੰਜਾਬ ਦੇ ਨਾਲ ਰਿਲੇਟਡ ਉਹ ਨਹੀਂ ਹੈ। ਗੁਪਤਾ ਏਜ ਤੋਂ ਇੱਕ ਮੇਨ ਬਸ ਚੀਜ਼ ਹੈ ਕਿ ਗੁਪਤਾ ਏਜ ਤੋਂ ਜੇ ਸਾਨੂੰ ਕੋਈ ਚੀਜ਼ ਮਿਲਦੀ ਹੈ ਪੰਜਾਬ ਤੋਂ, ਚਾਹੇ ਉਹ ਕੀ ਮਿਲਿਆ ਹੈ, ਰੈਡ ਪੋਲਿਸ਼ਡ ਪੋਟਰੀ, ਠੀਕ ਹੈ। ਪੋਟਰੀ ਮਿਲਦੀ ਹੈ ਕਿਸ ਏਜ ਤੋਂ ਜੁੜੀ ਹੋਈ, ਗੁਪਤਾ ਏਜ ਦੇ ਨਾਲ ਜੁੜੀ ਹੋਈ ਪੋਟਰੀ ਮਿਲੀ, ਰੈਡ ਪੋਲਿਸ਼ਡ ਪੋਟਰੀ ਜੋ ਹੈ। ਇਹੀ ਚੀਜ਼ ਸਾਨੂੰ ਥੋੜਾ ਜਿਹਾ ਇੰਡੀਕੇਸ਼ਨਸ ਦਿੰਦੀ ਹੈ ਕਿ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਵੀ ਇੰਪੈਕਟ ਜੋ ਸੀ ਗੁਪਤਾ ਡਾਇਨਸਟੀ ਦਾ, ਗੁਪਤਾ ਵੰਸ਼ ਦਾ ਹੈ ਸੀ। ਤੇ ਮੇਨ ਇੰਪੋਰਟੈਂਟ ਹੁਣ ਚੀਜ਼ ਕੀ ਹੋਗੀ, ਠੀਕ ਹੈ, ਇਹ ਸਾਨੂੰ ਐਵੀਡੈਂਸਸ ਮਿਲੇ, ਠੀਕ ਹੈ। ਅਗੇਨ ਨਾਟ ਦ ਸੋਰਸਿਸ, ਐਵੀਡੈਂਸਸ ਮਿਲੇ ਨੇ, ਕਿੱਥੇ ਮਿਲੇ ਨੇ, ਸੁਨੇਟ, ਠੀਕ ਹੈ। ਹੁਣ ਤੁਸੀਂ ਦੇਖੋਗੇ ਕਿ ਸੁਨੇਟ ਜਗ੍ਹਾ ਜੋ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ। ਹੜੱਪਨ ਸਿਵਲਾਈਜੇਸ਼ਨ ਸਾਈਟ ਵੀ ਹੈ ਸੁਨੇਟ। ਦੈਨ ਉਸ ਤੋਂ ਬਾਅਦ ਅਸੀਂ ਦੇਖਿਆ ਕਿ ਸੁਨੇਟ ਦੇ ਵਿੱਚ ਸਾਨੂੰ ਰੈਡ ਪੋਲਿਸ਼ਡ ਪੋਟਰੀਜ਼ ਜੋ ਹੈ ਉਹ ਮਿਲਦੀਆਂ ਨੇ। ਉਸ ਤੋਂ ਬਾਅਦ ਅਸੀਂ ਦੇਖਿਆ ਕਿ ਜੋ ਗੋਂਡੋਫੈਨਸ ਦੇ ਬਾਰੇ ਵੀ ਜੋ ਐਵੀਡੈਂਸਸ ਮਿਲੇ ਨੇ, ਕੋਇਨਸ ਮਿਲੇ ਹੈ, ਕੋਇਨ ਮੋਲਸ ਮਿਲੇ ਨੇ, ਉਹ ਵੀ ਕਿਸ ਚੀਜ਼ ਤੋਂ ਨਾਲ ਰਿਲੇਟਡ ਨੇ, ਸੁਨੇਟ ਦੇ ਨਾਲ ਜੁੜੇ ਹੋਏ ਨੇ, ਸੁਨੇਟ ਤੋਂ ਮਿਲੇ ਨੇ, ਠੀਕ ਹੈ। ਤਾਂ ਸੁਨੇਟ ਜੋ ਹੈ ਉਹ ਬਹੁਤ ਇੰਪੋਰਟੈਂਟ ਰੀਜਨ ਬਣ ਜਾਂਦਾ ਹੈ। ਇਹਦੀ ਇੰਪੋਰਟੈਂਸ ਵੱਧ ਜਾਂਦੀ ਹੈ ਕਿ ਜ਼ਿਆਦਾਤਰ ਜੋ ਸਾਡੇ ਵੰਸ਼ ਸੀਗੇ, ਅਲੱਗ-ਅਲੱਗ ਤਰੀਕੇ ਦੇ ਐਮਪਰਰ ਸੀ, ਰੂਲਰ ਸੀ, ਜਿਵੇਂ ਉਹ ਪੰਜਾਬ ਦੇ ਵਿੱਚ ਆਉਂਦੇ ਰਹੇ, ਤਾਂ ਉਹ ਇੱਕ ਪਰਟੀਕੂਲਰ ਜਗ੍ਹਾ ਐਵੇਂ ਦੀ ਸੀ ਕਿ ਜਿੱਥੇ ਸਾਨੂੰ ਐਵੀਡੈਂਸਸ ਵੱਧ ਮਿਲੇ ਨੇ, ਜ਼ਿਆਦਾ ਮਿਲੇ ਨੇ, ਠੀਕ ਹੈ। ਇਸ ਤਰੀਕੇ ਦੇ ਨਾਲ ਗੁਪਤਾ ਏਜ ਤੱਕ ਜੋ ਹੈ ਅਸੀਂ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕੀਤੀ ਕਿ ਕਿਸ ਤਰੀਕੇ ਨਾਲ ਪੰਜਾਬ ਦੀ ਐਂਸ਼ੀਅੰਟ ਹਿਸਟਰੀ ਦੇ ਵਿੱਚ ਇਹਨਾਂ ਨੇ ਕੰਟਰੀਬਿਊਟ ਕੀਤਾ। ਮੇਨ ਇੰਪੋਰਟੈਂਟ ਪ੍ਰੋਮੀਨੈਂਟ ਪਰਸਨੈਲਿਟੀਜ਼ ਕਿਹੜੀਆਂ ਸੀਗੀਆਂ, ਜਾਂ ਕਿਹੜੇ ਰੀਜਨ ਦੇ ਨਾਲ ਜੁੜੀਆਂ ਹੋਈਆਂ ਨੇ, ਜਾਂ ਕਿਹੜੀ ਉਹਨਾਂ ਨੇ ਆਪਣੀ ਕੈਪੀਟਲਸ ਬਣਾਈਆਂ। ਤੇ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ 1 ਬਾਏ 1 ਜੋ ਹੈ ਡਿਸਕਸ ਕੀਤਾ। ਨੈਕਸਟ ਜੋ ਸਭ ਤੋਂ ਇੰਪੋਰਟੈਂਟ ਹੁਣ ਚੀਜ਼ ਆ ਜਾਏਗੀ, ਉਹ ਅਸੀਂ ਪੜਾਂਗੇ ਐਡਵੈਂਟ ਆਫ ਇਸਲਾਮ, ਠੀਕ ਹੈ। ਜੋ ਨੈਕਸਟ ਲੈਕਚਰ ਹੋਏਗਾ, ਸਾਡੀ ਨੈਕਸਟ ਕਲਾਸ ਹੋਏਗੀ, ਉਹਦੇ ਵਿੱਚ ਅਸੀਂ ਐਡਵੈਂਟ ਆਫ ਇਸਲਾਮ ਪੜਾਂਗੇ ਇੰਡੀਆ 'ਚ। ਇੰਡੀਆ ਦੇ ਨਾਲ ਸਪੈਸੀਫਿਕ ਅਸੀਂ ਪੜਾਂਗੇ ਕਿ ਪੰਜਾਬ ਦੇ ਵਿੱਚ ਹੁਣ ਜੋ ਹੈ ਕਿਵੇਂ ਦੇ ਮਾਹੌਲ ਜੋ ਹੈ ਉਹ ਚੇਂਜ ਹੋਏਗਾ, ਕਿਸ ਤਰੀਕੇ ਦੇ ਨਾਲ ਜਦੋਂ ਮਹਿਮੂਦ ਆਫ ਗਜ਼ਨੀ ਆਉਂਦਾ ਹੈ ਪੰਜਾਬ ਦਾ, ਉਹਦਾ ਪੰਜਾਬ ਦੇ ਉੱਤੇ ਕੀ ਇੰਪੈਕਟ ਸੀ। ਦੈਨ ਉਸ ਤੋਂ ਬਾਅਦ ਮਹਿਮੂਦ ਗੌਰੀ ਆਉਂਦਾ ਹੈ, ਉਹਦਾ ਪੰਜਾਬ ਦੇ ਉੱਤੇ ਕੀ ਇੰਪੈਕਟ ਸੀ। ਤਾਂ ਹੁਣ ਕੱਲੀ ਜੋ ਦਿੱਲੀ ਸਲਤਨਤ ਦੀ ਅਸੀਂ ਗੱਲ ਕਰੀਏ ਕਿ ਐਸਟੈਬਲਿਸ਼ ਹੋ ਜਾਂਦੀ ਹੈ, ਤੇ ਉਸ ਤੋਂ ਬਾਅਦ ਉਹਦਾ ਕੀ ਇੰਪੈਕਟ ਰਹਿੰਦਾ ਹੈ। ਦਿੱਲੀ ਸਲਤਨਤ ਤੱਕ
ਥੋੜਾ ਥੋੜਾ ਸਾਨੂੰ ਲੱਗੇਗਾ ਕਿ ਬਹੁਤ ਛੋਟੀ ਜਾਂ ਕੁਝ ਫੈਕਟ ਜੋ ਹੈ ਸਾਡੇ ਕੋਲ ਅਵੇਲੇਬਲ ਨੇ ਪੰਜਾਬ ਦੇ ਨਾਲ ਜੁੜੇ ਹੋਏ, ਬਟ ਜਿਵੇਂ ਹੀ ਮੁਗਲ ਸਟਾਰਟ ਹੋ ਜਾਣਗੇ, ਮੁਗਲ ਦੇ ਨਾਲ ਹੀ, ਕਿਉਂਕਿ ਸਿੱਖੀਜ਼ਮ, ਮੁਗਲ ਤੇ ਸਿੱਖੀਜ਼ਮ ਦੋਨੋਂ ਨਾਲ ਨਾਲ ਚੱਲਣਗੇ, ਕਿ ਕਿਸ ਤਰੀਕੇ ਨਾਲ ਉਹ ਐਡਮਿਨਿਸਟ੍ਰੇਸ਼ਨ ਤੇ ਵੀ ਤੇ ਸਿੱਖੀਜ਼ਮ ਦੇ ਉੱਤੇ ਵੀ ਕਿਸ ਤਰੀਕੇ ਦੇ ਨਾਲ ਆਪਸ ਦੇ ਵਿੱਚ ਉਹਨਾਂ ਦੀ ਇੰਟਰੈਕਸ਼ਨ ਜੋ ਹੈ ਹੁੰਦੀ ਰਹੀ ਹੈ, ਤਾਂ ਉਹ ਸਾਡੇ ਲਈ ਹਿਸਟੋਰੀਕਲ ਬੈਕਗ੍ਰਾਉਂਡ ਬਹੁਤ ਬਹੁਤ ਜ਼ਿਆਦਾ ਇੰਪੋਰਟੈਂਟ ਬਣ ਜਾਂਦੀ ਹੈ। ਤਾਂ ਨੈਕਸਟ ਕਲਾਸ ਦੇ ਵਿੱਚ ਅਸੀਂ ਐਡਵੈਂਟ ਆਫ ਇਸਲਾਮ ਪੜ੍ਹਾਂਗੇ, ਤੇ ਉਹਨੂੰ ਦੇਖਣ ਤੋਂ ਬਾਅਦ ਜਿਵੇਂ ਹੀ ਦਿੱਲੀ ਸਲਤਨਤ ਕੰਪਲੀਟ ਹੋ ਜਾਏਗੀ, ਉਸ ਤੋਂ ਬਾਅਦ ਜੋ ਸਭ ਤੋਂ ਇੰਪੋਰਟੈਂਟ ਮੇਜਰ ਪੋਰਸ਼ਨ ਹੈ ਮੁਗਲਸ ਐਂਡ ਸਿੱਖੀਜ਼ਮ, ਉਹਨੂੰ ਅਸੀਂ ਟੇਕਅਪ ਕਰਾਂਗੇ। ਥੈਂਕ ਯੂ।